ਸਤਿ ਸ਼੍ਰੀ ਅਕਾਲ ਤੇ ਵੈਲਕਮ ਸਾਰਿਆਂ ਦਾ ਜੀ ਇੱਕ ਵਾਰ ਫੇਰ ਸਾਡੇ ਐਮਕੈਨ ਇਮੀਗ੍ਰੇਸ਼ਨ ਦੇ YouTube ਚੈਨਲ ਤੇ। ਮੇਰਾ ਨਾਮ ਪ੍ਰਿਥੀਪਾਲ ਸਿੰਘ ਗਿੱਲ, ਮੈਂ ਮੈਂਬਰ ਹਾਂ ICCRC ਦਾ। ਅੱਜ ਦੇ ਵੀਡੀਓ 'ਚ ਦੋ ਤਿੰਨ ਗੱਲਾਂ ਜ਼ਰੂਰੀ ਕਰਨੀਆਂ ਨੇ। ਪਹਿਲਾਂ ਤਾਂ ਇੰਟਰਵਿਊ ਨੂੰ ਲੈ ਕੇ ਬਹੁਤ ਸਾਰੇ ਸਟੂਡੈਂਟਸ ਨੂੰ ਅੱਜ ਦੀ ਡੇਟ 'ਚ ਸੋ ਕਾਲਡ ਹਾਈ ਕਮਿਸ਼ਨ ਕੈਨੇਡਾ ਤੋਂ ਟੈਲੀਫੋਨਿਕ ਕਾਲਸ ਆ ਰਹੀਆਂ ਨੇ, ਜਿੱਥੇ ਉਹਨਾਂ ਨੂੰ ਕੁਝ ਬੇਸਿਕ ਕੁਐਸਚਨਸ ਪੁੱਛੇ ਜਾ ਰਹੇ ਨੇ। ਇਸ ਤਰ੍ਹਾਂ ਦੀ ਇੰਟਰਵਿਊ ਕੰਡਕਟ ਕੀਤੀ ਜਾ ਰਹੀ ਹੈ। ਇਹਦੇ ਬਾਰੇ ਗੱਲ ਕਰਾਂਗੇ, ਕਿੰਨੀ ਸੱਚਾਈ ਇਹਦੇ 'ਚ ਤੇ ਕਿੰਨੀ ਕੁ ਨਿਊਜ਼ ਇਹ ਫੇਕ ਹੈਗੀ ਆ। ਦੂਸਰੀ, ਕੀ ਕੋਈ ਟਾਈਮ ਬਾਉਂਡ ਇੱਦਾਂ ਦੀ ਇਨਫੋਰਮੇਸ਼ਨ ਹੈਗੀ ਹੈ ਜਿਹਦੇ ਨਾਲ ਇਹਦੇ ਬਾਰੇ ਬੜੇ ਸਟੂਡੈਂਟ ਚਿੰਤਿਤ ਨੇ ਕਿ ਪੁਰਾਣਾ ਬੈਕਲੌਗ ਜਿਹੜਾ ਹੈਗਾ ਵਾ ਉਹ ਕਦ ਤੱਕ ਕਲੀਅਰ ਹੋਊਗਾ ਫਾਈਲਸ ਦਾ। ਕੁਝ ਲੋਕ ਕਹਿ ਰਹੇ ਨੇ ਬਹੁਤ ਜਲਦੀ, ਔਰ ਕੁਝ ਲੋਕ ਕਹਿ ਰਹੇ ਨੇ ਬਹੁਤ ਵਕਤ ਲੱਗੂਗਾ ਇਹਨੂੰ। ਨਾਲ ਦੀ ਨਾਲ ਮੇਨ ਟ੍ਰਿਕ ਬਾਰੇ ਵੀ ਗੱਲ ਕਰਾਂਗੇ, ਔਰ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਜੋ ਹਲਚਲ ਹੋਈ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਦੀ ਵੀ ਥੋੜੀ ਜਾਣਕਾਰੀ ਮੈਂ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰੂੰਗਾ। ਪਹਿਲਾਂ ਗੱਲ ਕਰਦੇ ਹਾਂ ਜਿਹੜੀ ਟੈਲੀਫੋਨਿਕ ਇੰਟਰਵਿਊਜ਼ ਆ ਰਹੀਆਂ ਨੇ ਸੋ ਕਾਲਡ ਹਾਈ ਕਮਿਸ਼ਨ ਕੈਨੇਡਾ ਤੋਂ। ਥੋੜੀ ਜੀ ਹੈਰਾਨੀਜਨਕ ਗੱਲ ਜ਼ਰੂਰ ਹੈਗੀ ਹੈ। ਮੈਂ ਲਾਸਟ ਵੀਡੀਓ 'ਚ ਵੀ ਗੱਲ ਕੀਤੀ ਸੀ। ਇਹ ਆਮ ਤੌਰ ਤੇ ਇਮੀਗ੍ਰੇਸ਼ਨ ਕੈਨੇਡਾ ਇਸ ਤਰ੍ਹਾਂ ਇੰਟਰਵਿਊ ਕੰਡਕਟ ਨਹੀਂ ਕਰਦੀ ਹੈਗੀ। ਤੁਹਾਨੂੰ ਤੁਹਾਡੀ GC ਕੀ ਤੇ ਇਨਫੋਰਮੇਸ਼ਨ ਆਮ ਤੌਰ ਤੇ ਆ ਜਾਂਦੀ ਹੈ, ਜਾਂ ਫਿਰ ਤੁਹਾਡੀ ਈਮੇਲ ਦੇ ਵਿੱਚ ਇਨਫੋਰਮੇਸ਼ਨ ਪ੍ਰਾਇਰ ਹੋਣੀ ਚਾਹੀਦੀ ਹੈ ਕਿ ਤੁਹਾਡੀ ਇੰਟਰਵਿਊ ਲੈਣਾ ਚਾਹੁੰਦੇ ਹੋ। ਇਨ ਐਨੀ ਕੇਸ ਹਾਲੇ ਤੱਕ ਕੋਈ ਪੂਰੀ ਪ੍ਰੋਪਰ ਕਲੈਰੀਫਿਕੇਸ਼ਨ ਨਹੀਂ ਆਈ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ। ਟਵਿੱਟਰ ਹੈਂਡਲ ਤੇ ਥੋੜੀ ਜਿਹੀ ਇਨਫੋਰਮੇਸ਼ਨ ਜ਼ਰੂਰ ਦਿੱਤੀ ਉਹਨਾਂ ਨੇ, ਜਿਸ ਉਹਨਾਂ ਨੇ ਕਿਹਾ ਵਾ ਕਿ ਇਹ ਸਪੈਮ ਕਾਲਸ ਹੈਗੀਆਂ ਨੇ, ਬਟ ਕਿ ਕੀ ਇਮੀਗ੍ਰੇਸ਼ਨ ਆਫਿਸਰ ਤੁਹਾਨੂੰ ਕਾਲ ਕਰਕੇ ਇੰਟਰਵਿਊ ਕੰਡਕਟ ਕਰ ਸਕਦਾ ਵਾ? ਹਾਂਜੀ, ਕਰ ਸਕਦਾ ਜ਼ਰੂਰ। ਤੁਸੀਂ ਹੁਣ ਇਹ ਤੋਂ ਬਚਣ ਲਈ ਕੀ ਕਰ ਸਕਦੇ ਹੋ? ਤੁਸੀਂ ਇਹੀ ਕਹਿ ਸਕਦੇ ਹੋ ਕਿ ਇਸ ਟਾਈਮ ਤੇ ਮੈਂ ਰਾਈਟ ਜਗ੍ਹਾ ਤੇ ਨਹੀਂ ਹੈਗਾ ਇੰਟਰਵਿਊ ਦੇਣ ਲਈ, ਕਿਉਂਕਿ ਤੁਹਾਨੂੰ ਬੜਾ ਸ਼ਾਂਤ ਮਾਹੌਲ ਚਾਹੀਦਾ ਵਾ ਜਿੱਥੇ ਤੁਸੀਂ ਇੰਟਰਵਿਊ ਦੇ ਸਕੋ। ਤੁਸੀਂ ਉਸ ਫਰੇਮ ਆਫ ਮਾਈਂਡ 'ਚ ਵੀ ਹੋਣੇ ਚਾਹੀਦੇ ਹੋ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ। ਇੱਕ ਤਾਂ ਤੁਸੀਂ ਇਹ ਕਹਿ ਸਕਦੇ ਹੋ, ਪਲੱਸ ਤੁਸੀਂ ਨਾਲ ਇਹ ਕਹਿ ਸਕਦੇ ਹੋ ਉਹਨਾਂ ਨੂੰ ਕਿ ਜਿਹੜੀ ਮੇਰੀ ਆਫੀਸ਼ੀਅਲ ਈਮੇਲ ਹੈਗੀ ਹੈ, ਜਿਹੜੀ ਤੁਸੀਂ ਮੈਂਸ਼ਨ ਕਰਦੇ ਆ ਐਪਲੀਕੇਸ਼ਨ ਫਾਰਮ ਦੇ ਵਿੱਚ, ਕਿ ਪਲੀਜ਼ ਮੈਨੂੰ ਉੱਥੇ ਪ੍ਰਾਇਰ ਇਨਫੋਰਮ ਕਰੋ, ਤੁਸੀਂ ਇਨਫੋਰਮੇਸ਼ਨ ਦਿਓ ਕਿ ਤੁਸੀਂ ਮੇਰੀ ਕਿੱਦਣ ਇੰਟਰਵਿਊ ਕੰਡਕਟ ਕਰਨਾ ਚਾਹੁੰਦੇ ਹੋ, ਕਿਹੜੇ ਟਾਈਮ ਤੇ, ਤਾਂ ਕਿ ਮੈਂ ਉਦੋਂ ਪ੍ਰੋਪਰਲੀ ਤਿਆਰ ਹੋਵਾਂ। ਇਹ ਗੱਲ ਜ਼ਰੂਰ ਕਹਿ ਸਕਦੇ ਹੋ। ਇੱਥੋਂ ਤੁਸੀਂ ਜਿਹੜੀ ਜੈਨੂਇਨਟੀ ਆ ਇਹਨਾਂ ਕਾਲਸ ਦੀ ਉਹ ਜੱਜ ਕਰ ਸਕਦੇ ਹੋ। ਬਟ ਇਨ ਐਨੀ ਕੇਸ ਅਗਰ ਤੁਹਾਨੂੰ ਲੱਗਦਾ ਵਾ ਕਿ ਕੋਈ ਇੱਦਾਂ ਦੇ ਜਨਰਲ ਜੇ ਕੁਐਸਚਨ ਤੁਹਾਨੂੰ ਪੁੱਛੇ ਜਾਂਦੇ ਨੇ, ਉਹ ਲੱਗਦਾ ਤੁਹਾਨੂੰ ਕਿ ਇਹ ਸੱਚਮੁੱਚ ਤੁਹਾਡੀ ਇੰਟਰਵਿਊ ਕੰਡਕਟ ਕੀਤੀ ਜਾ ਰਹੀ ਹੈ, ਤੇ ਉੱਥੇ ਇੱਕ ਗੱਲ ਦਾ ਖਿਆਲ ਰੱਖੋ, ਤੁਹਾਨੂੰ ਤੁਹਾਡੇ ਕਾਲਜ ਪ੍ਰੋਗਰਾਮ ਬਾਰੇ, ਉਹਦੇ ਫਾਇਦੇ ਕੀ ਨੇ ਪ੍ਰੋਗਰਾਮ ਨੂੰ ਕਰਨ ਤੋਂ ਬਾਅਦ, ਇਹ ਬੇਸਿਕ ਗੱਲਾਂ ਪਤਾ ਹੋਣਾ ਚਾਹੀਦੀ। ਤੁਹਾਡੀ ਟਿਊਸ਼ਨ ਫੀਸ ਕਿੰਨੀ ਗਈ ਆ, ਉਹਦਾ ਮੋਡ ਕੀ ਸੀਗਾ। ਮੋਡ ਤਾਂ ਹਮੇਸ਼ਾ ਥਰੂ ਬੈਂਕ ਹੀ ਜਾਂਦੀ ਆ ਜਿਹੜੀ ਤੁਹਾਡੀ ਟਿਊਸ਼ਨ ਟ੍ਰਾਂਸਫਰ ਹੁੰਦੀ ਆ। ਇੰਨਾ ਕੁ ਹੋ ਸਕਦਾ ਵਾ ਤੁਹਾਨੂੰ ਪਤਾ ਹੋਵੇ ਕਿ ਉਹ ਫਲਾਈਵਾਰ ਦੇ ਥਰੂ ਗਈ ਆ ਜਾਂ ਡਾਇਰੈਕਟਲੀ ਕਾਲਜ ਦੇ ਅਕਾਊਂਟ 'ਚ ਗਈ ਆ, ਇੰਨੀ ਗੱਲ ਤਾਂ ਦੱਸ ਸਕਦੇ ਹੋ। ਬਾਕੀ ਇਸ ਤੋਂ ਇਲਾਵਾ ਅਗਰ ਤੁਹਾਨੂੰ ਕੋਈ ਇਨਫੋਰਮੇਸ਼ਨ ਪੁੱਛੀ ਜਾਂਦੀ ਹੈ ਤੁਹਾਡੇ ਅਕਾਊਂਟ ਨੂੰ ਲੈ ਕੇ, ਤੁਹਾਡੀ ਟਿਊਸ਼ਨ ਨੂੰ ਲੈ ਕੇ, ਜਾਂ ਕੱਲ੍ਹ ਨੂੰ ਤੁਹਾਡਾ ਜਿਹੜਾ GI ਸੀ ਉਹਨੂੰ ਲੈ ਕੇ, ਤਾਂ ਉਹ ਬਿਲਕੁਲ ਨਾ ਦਿੱਤੀ ਜਾਵੇ, ਕਿਉਂਕਿ ਬਹੁਤ ਤਰ੍ਹਾਂ ਦੀਆਂ ਸਪੈਮ ਕਾਲਸ ਆਉਂਦੀਆਂ ਨੇ। ਈਵਨ ਕੈਨੇਡੀਅਨ ਇਮੀਗ੍ਰੇਸ਼ਨ ਦੀ ਜਿਹੜੇ ਪੋਰਟਲਸ ਨੇ ਉਹ ਬੜੀ ਵਾਰ ਹੈਕ ਹੁੰਦੇ ਨੇ, ਔਰ ਉੱਥੇ ਵੀ ਬਹੁਤ ਤਰ੍ਹਾਂ ਦੇ ਇਸ਼ੂਜ਼ ਦੇਖੇ ਗਏ ਨੇ। ਈਵਨ ਕੈਨੇਡਾ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਨਾਲ ਬਹੁਤ ਤਰ੍ਹਾਂ ਦੇ ਧੋਖੇ ਹੁੰਦੇ ਨੇ ਆਨਲਾਈਨ ਤੇ ਥਰੂ ਦੀਜ਼ ਟੈਲੀਫੋਨਿਕ ਕਾਲਸ। ਬਾਕੀ ਆਉਣ ਵਾਲੇ ਵਕਤ ਦੇ ਵਿੱਚ ਮੈਨੂੰ ਉਮੀਦ ਆ ਕਿ ਇਮੀਗ੍ਰੇਸ਼ਨ ਕੈਨੇਡਾ ਵੀ ਜਲਦੀ ਇੱਥੇ ਕੋਈ ਨਾ ਕੋਈ ਕਲੈਰਿਟੀ ਦੇਊਗਾ। ਇਹ 'ਚ ਘਬਰਾਉਣ ਦੀ ਗੱਲ ਨਹੀਂ। ਅਗਰ ਇੰਟਰਵਿਊ ਆਉਂਦੀ ਵੀ ਆ, ਮੈਂ ਦੱਸਿਆ ਤੁਹਾਨੂੰ ਬਿਲਕੁਲ ਬੇਸਿਕ ਕੁਐਸਚਨਸ ਨੇ ਤੁਹਾਡੇ ਪ੍ਰੋਗਰਾਮ ਬਾਰੇ, ਤੁਹਾਡੇ ਕਾਲਜ ਨੂੰ ਲੈ ਕੇ, ਉਹਦੀ ਡਿਊਰੇਸ਼ਨ ਬਾਰੇ, ਔਰ ਅਗਰ ਤੁਹਾਡਾ ਵਰਕ ਐਕਸਪੀਰੀਅੰਸ ਉਹਨੂੰ ਲੈ ਕੇ, ਇੰਨੀ ਕੁ ਇਨਫੋਰਮੇਸ਼ਨ ਬਹੁਤ ਹੁੰਦੀ ਆ। ਬਾਕੀ ਕੋਈ ਬਹੁਤ ਲੰਬੀ ਚੌੜੀ ਗੱਲਬਾਤ ਉਹ 'ਚ ਅਗਰ ਤੁਹਾਨੂੰ ਜੈਨੂਅਨ ਕਾਲ ਹੈਗੀ ਉਹ 'ਚ ਨਹੀਂ ਪੁੱਛੀ ਜਾਊਗੀ। ਇਹ ਕੋਈ ਪਰਟੀਕੂਲਰ ਕਾਲਜਸ ਨੂੰ ਲੈ ਕੇ ਕਾਲ ਨਹੀਂ ਕਦੇ ਵੀ ਆਊਗੀ, ਇਹ ਵੀ ਗੱਲ ਯਾਦ ਰੱਖਿਓ। ਅੱਜ ਵੀ ਬੱਚਿਆਂ ਦੇ ਮਨ 'ਚ ਹੈਗੀ ਹੈ ਦੋਚਿੱਤੀ ਕਿ ਮੌਂਟਰੀਅਲ ਦੇ ਕਾਲਜ ਜਿਨ੍ਹਾਂ ਤੇ ਜਿਹਨਾਂ CU ਸਸਪੈਂਡ ਹੋਇਆ ਸੀ ਉਹਨੂੰ ਲੈ ਕੇ ਕੋਈ ਪਰਟੀਕੂਲਰ ਕਾਲਸ ਆਉਣਗੀਆਂ। ਨਹੀਂ, ਵੀਜ਼ਾ ਆਫਿਸਰ ਅਗਰ ਤੁਹਾਨੂੰ ਡਿਨਾਈ ਕਰਨਾ ਚਾਹੁੰਦਾ ਆਊਟਰਾਈਟ ਡਿਨਾਈ ਕਰ ਦੂਗਾ। ਇੰਨਾ ਵਕਤ ਨਹੀਂ ਹੈਗਾ ਇਮੀਗ੍ਰੇਸ਼ਨ ਕੈਨੇਡਾ ਕੋਲ ਕਿ ਉਹ ਬਹੁਤ ਸਾਰੇ ਬੱਚਿਆਂ ਦੀ ਇੰਟਰਵਿਊ ਕੰਡਕਟ ਕਰਨ। ਉਹਨਾਂ ਕੋਲ ਤਾਂ ਪਹਿਲਾਂ ਹੀ ਆਫਿਸਰਸ ਘੱਟ ਕੰਮ ਕਰ ਰਹੇ ਨੇ, ਵਰਕਲੋਡ ਬਹੁਤ ਜ਼ਿਆਦਾ ਹੈਗਾ ਵਾ। ਤੇ ਇਹ ਜਿਹੜੀ ਗੱਲ ਹੈਗੀ ਹੈ ਵੀ ਗਲਤ ਹੈਗੀ ਹੈ ਕਿ ਪਰਟੀਕੂਲਰ ਕਾਲਜਸ ਨੂੰ ਟਾਰਗੇਟ ਕਰਕੇ ਹੀ ਕੋਈ ਇੰਟਰਵਿਊ ਕਾਲਸ ਆ ਰਹੀਆਂ ਨੇ। ਦੂਜੇ ਪਾਸੇ ਆਪਾਂ ਹੁਣ ਗੱਲ ਕਰਦੇ ਹਾਂ, ਸਟੂਡੈਂਟਸ ਮੈਨੂੰ ਇਹ ਗੱਲ ਪੁੱਛੀ ਹੈ ਕਿ ਕੀ ਕੋਈ ਟਾਈਮ ਬਾਉਂਡ ਇਨਫੋਰਮੇਸ਼ਨ ਹੈਗੀ ਹੈ ਇੱਦਾਂ ਦੀ। ਕੁਝ ਕੰਸਲਟੈਂਟਸ ਕਹਿ ਰਹੇ ਨੇ ਕਿ ਵਿਦਿਨ ਨੈਕਸਟ 1 ਮੰਥ ਜਾਂ ਅਗਲੇ 2 ਮਹੀਨਿਆਂ ਦੇ ਵਿੱਚ, ਔਰ ਕੁਝ ਕਹਿ ਰਹੇ ਨੇ ਕਿ ਨਹੀਂ, ਆਉਣ ਵਾਲੇ 4-5 ਮਹੀਨਿਆਂ ਤੱਕ ਇਹ ਰਿਜ਼ਲਟਸ ਜਿਹੜੇ ਹੈਗੇ ਨੇ ਪੈਂਡਿੰਗ ਨਹੀਂ ਆਉਣਗੇ। ਮੈਂ ਤੁਹਾਨੂੰ ਕਲੈਰੀਫਾਈ ਕਰਦਾ, ਮੈਂ ਇੱਦਾਂ ਦੀ ਕੋਈ ਇਨਫੋਰਮੇਸ਼ਨ ਕਿਸੇ ਕੋਲ ਨਹੀਂ ਹੈਗੀ।
ਕਦੇ ਵੀ ਇਮੀਗ੍ਰੇਸ਼ਨ ਕੈਨੇਡਾ ਕੋਈ ਵੀ ਟਾਈਮ ਜਾਂ ਡੈਡਲਾਈਨ ਸੈੱਟ ਨਹੀਂ ਕਰਦਾ ਫਾਈਲਸ ਨੂੰ ਲੈ ਕੇ ਕਿ ਅਸੀਂ ਇਸ ਕੈਟਾਗਰੀ ਦੀਆਂ ਫਾਈਲਸ ਇਸ ਡੈਡਲਾਈਨ ਤੱਕ ਪੂਰੀਆਂ ਕਰ ਦੇਵਾਂਗੇ ਜਾਂ ਉਹਨਾਂ ਦੇ ਰਿਜ਼ਲਟਸ ਦੇ ਦੇਵਾਂਗੇ। ਇਹ ਬਹੁਤ ਇੰਪੋਸੀਬਲ ਕੰਮ ਆ, ਖਾਸ ਤੌਰ ਤੇ ਕੋਵਿਡ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ। ਅੱਜ ਵੀ ਕੈਨੇਡਾ ਦੇ ਵਿੱਚ ਕੋਵਿਡ ਦੀ ਸਿਚੁਏਸ਼ਨ, ਹਾਲਾਂਕਿ ਨੰਬਰ ਆਫ ਕੇਸਿਸ ਬਹੁਤ ਡਰਾਸਟਿਕਲੀ ਨੀਚੇ ਆ ਗਏ ਨੇ, ਬਟ ਓਵਰਆਲ ਸਿਚੁਏਸ਼ਨ ਇੰਪਰੂਵ ਨਹੀਂ ਹੋਈ। ਬਹੁਤ ਸਾਰੇ ਪ੍ਰੋਵਿੰਸਿਸ ਦੇ ਵਿੱਚ ਐਮਰਜੈਂਸੀ ਲਗਾਈ ਹੋਈ ਉਹਨਾਂ ਨੇ ਔਰ ਉਹ ਕੰਟੀਨਿਊ ਆ, ਹੁਣ ਉਹ ਮਾਰਚ ਤੱਕ ਐਕਸਟੈਂਡ ਕਰ ਦਿੱਤੀ ਗਈ ਹੈ ਤੇ ਚੀਜ਼ਾਂ ਹਾਲੇ ਵੀ ਰਿਲੈਕਸ ਨਹੀਂ ਹੋਈਆਂ। ਇਮੀਗ੍ਰੇਸ਼ਨ ਉਸ ਲੈਵਲ ਤੇ ਕੰਮ ਨਹੀਂ ਕਰਨ ਲੱਗੀ ਹੈ ਜਿੱਥੇ ਤੁਹਾਡੇ ਰਿਜ਼ਲਟਸ ਨੂੰ ਬਹੁਤ ਫਾਸਟ ਉਹ ਪ੍ਰੋਸੈਸ ਕਰ ਪਾਉਣ। ਵਕਤ ਲੱਗੂਗਾ ਜ਼ਰੂਰ, ਕਹਿਣਾ ਬਹੁਤ ਮੁਸ਼ਕਿਲ ਹੈ, ਪਰ ਮੈਨੂੰ ਉਮੀਦ ਆ ਕਿ ਬਾਈ ਐਂਡ ਆਫ April ਕਾਫੀ ਫਾਈਲਸ ਉਹ ਕੱਢਣ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਇਹਦਾ ਬਹੁਤ ਬੜਾ ਇਕਨੋਮੀ ਤੇ ਹਿੱਟ ਆ ਔਰ ਜਿਹੜੇ ਇੱਥੇ ਦੇ ਐਜੂਕੇਸ਼ਨ ਇੰਸਟੀਟਿਊਸ਼ਨ ਨੇ, ਚਾਹੇ ਉਹ ਪਬਲਿਕ ਫੰਡਡ ਨੇ ਜਾਂ ਪ੍ਰਾਈਵੇਟ ਨੇ, ਉਹਨਾਂ ਦੇ ਉੱਪਰ ਵੀ ਬਹੁਤ ਬੜਾ ਅਸਰ ਹੈ ਇਸ ਚੀਜ਼ ਦਾ। ਬਹੁਤ ਸਾਰੇ ਇਹੋ ਜਿਹੇ ਸਰਕਾਰੀ ਅਦਾਰੇ ਹੈਗੇ ਨੇ ਜਿਹੜੇ ਆਪਣੇ ਆਪ ਨੂੰ ਪ੍ਰੋਪਰਲੀ ਹੁਣ ਸਪੋਰਟ ਨਹੀਂ ਕਰ ਪਾ ਰਹੇ, ਕਿਉਂਕਿ ਉਹਨਾਂ ਕੋਲ ਉਹਨੇ ਇੰਟਰਨੈਸ਼ਨਲ ਸਟੂਡੈਂਟਸ ਐਨਰੋਲ ਨਹੀਂ ਹੋਏ ਕੋਵਿਡ ਕਰਕੇ ਲਾਸਟ ਈਅਰ, ਤੇ ਗਵਰਨਮੈਂਟ ਆਫ ਕੈਨੇਡਾ ਦੀ ਬਹੁਤ ਬੜੀ ਚਿੰਤਾ ਬਣੀ ਹੋਈ ਹੈ। ਉਹਨਾਂ ਦੀ ਕੋਸ਼ਿਸ਼ ਜ਼ਰੂਰ ਹੋਊਗੀ, ਪਰ ਕੋਈ ਡੈਡਲਾਈਨ ਇੱਦਾਂ ਦੀ ਨਹੀਂ ਹੈਗੀ ਸੈੱਟ ਕੀਤੀ ਉਹਨਾਂ ਨੇ ਕਿ ਉਹ ਫਾਈਲਸ ਨੂੰ ਬਹੁਤ ਇੱਕ ਪਾਰਟਿਕੂਲਰ ਡੈਡਲਾਈਨ ਤੱਕ ਪ੍ਰੋਪਰਲੀ ਉਹਨਾਂ ਨੂੰ ਉਹਨਾਂ ਤੇ ਕੰਮ ਕਰ ਪਾਉਣਗੇ। ਇੱਦਾਂ ਦਾ ਕੁਝ ਨਹੀਂ ਹੈਗਾ, ਤਾਂ ਵੀ ਹੈਵ ਟੂ ਵੇਟ ਐਂਡ ਵਾਚ ਓਨਲੀ। ਮੇਨ ਟੇਕ ਨੂੰ ਲੈ ਕੇ ਸਟੂਡੈਂਟਸ ਬੜੀ ਉਹਨਾਂ ਦੀ ਚਿੰਤਾ ਬਣੀ ਹੋਈ ਹੈ ਕਿ ਅੱਗੇ ਆਉਣ ਟਾਈਮ ਦੇ ਵਿੱਚ ਕੀ AIP ਹੀ ਆਉਣਗੇ ਜਾਂ ਡਾਇਰੈਕਟ ਪਾਸਪੋਰਟ ਸਬਮਿਸ਼ਨ ਦੀ ਰਿਕੁਐਸਟ ਆਊਗੀ। ਮੈਂ ਦੱਸਿਆ ਤੁਹਾਨੂੰ ਕੋਵਿਡ ਦੀ ਸਿਚੁਏਸ਼ਨ ਹਲੇ ਪੂਰੀ ਤਰ੍ਹਾਂ ਨਾਲ ਪ੍ਰੋਪਰਲੀ ਠੀਕ ਨਹੀਂ ਹੈਗੀ ਇੱਥੇ। ਜਦ ਤੱਕ ਉਹ ਸਿਚੁਏਸ਼ਨ ਠੀਕ ਨਹੀਂ ਹੁੰਦੀ, ਜਦ ਤੱਕ AIP ਹੀ ਆਉਣਗੇ। ਜਦ ਇੱਕ ਵਾਰ ਇਹ ਸਿਚੁਏਸ਼ਨ ਠੀਕ ਹੋ ਜਾਂਦੀ ਹੈ, ਪੂਰੀ ਤਰ੍ਹਾਂ ਨਾਲ ਵੈਕਸੀਨੇਸ਼ਨ ਹੋ ਜਾਂਦੀ ਆ, ਦੈਨ ਮੈਨੂੰ ਉਮੀਦ ਹੈ ਕਿ ਜ਼ਰੂਰ ਤੁਹਾਨੂੰ ਡਾਇਰੈਕਟ ਪਾਸਪੋਰਟ ਸਬਮਿਸ਼ਨ ਦੀ ਰਿਕੁਐਸਟ ਆਊਗੀ। ਬਾਕੀ ਜਿਹੜੀ ਗਵਰਨਮੈਂਟ ਆਫ ਕੈਨੇਡਾ ਨੇ ਟਰੈਵਲ ਰਿਸਟ੍ਰਿਕਸ਼ਨ ਦੇ ਵਿੱਚ ਇੱਕ ਕੰਡੀਸ਼ਨ ਐਡ ਕੀਤੀ ਸੀ, ਜਿੱਥੇ ਤੁਹਾਨੂੰ 3 ਦਿਨ ਲਈ ਗਵਰਨਮੈਂਟ ਹੋਟਲ ਦੇ ਵਿੱਚ ਰਹਿਣਾ ਪੈਂਦਾ ਆ ਕੇ ਔਰ ਕੋਵਿਡ ਦਾ ਟੈਸਟ ਕਰਾਉਣਾ ਪੈਂਦਾ ਵਾ। ਉਹ 22 ਫੈਬਰਵਰੀ ਤੋਂ ਹੁਣ ਸਟਾਰਟ ਹੋ ਰਿਹਾ ਵਾ। ਇਸ ਗੱਲ ਦਾ ਖਿਆਲ ਰੱਖਿਓ, ਤੁਹਾਡੇ ਪੈਸੇ ਵੀ ਉੱਥੇ ਖਰਚ ਹੋਣਗੇ। ਐਡੀਸ਼ਨਲ ਮਨੀ ਤੁਹਾਨੂੰ ਜ਼ਰੂਰ ਚਾਹੀਦੀ ਹੈ, ਤੁਸੀਂ ਟਰੈਵਲ ਕਰ ਰਹੇ ਹੋ ਕੈਨੇਡਾ ਦੇ ਵਿੱਚ। ਉਹਦਾ ਖਰਚਾ ਅਪਰੋਕਸੀਮੇਟਲੀ ਤੁਹਾਨੂੰ $2000 ਜਿਹੜਾ ਐਕਸਟਰਾ ਆਊਗਾ, ਤੇ ਉਹ ਹੁਣ 22 ਫੈਬਰਵਰੀ ਤੋਂ ਸਟਾਰਟ ਕਰ ਰਹੇ ਨੇ। ਹਾਲਾਂਕਿ ਉਹਦੇ ਉੱਪਰ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ, ਉਹ ਤੇ ਇੱਕ ਲਿਟੀਗੇਸ਼ਨ ਵੀ ਹੋਈ ਆ ਔਰ ਦੇਖੋ ਆਉਣ ਟਾਈਮ ਦੇ ਵਿੱਚ ਇਹ ਗਵਰਨਮੈਂਟ ਦੇ ਉੱਪਰ ਕੀ ਡਿਸੀਜਨ ਲੈਂਦੀ ਹੈ, ਕੀ ਇਸ ਚੀਜ਼ ਨੂੰ ਰਿਵਰਸ ਕਰਦੇ ਨੇ ਉਹ ਕਿ ਨਹੀਂ ਕਰਦੇ, ਜਾਂ ਇਹਦੇ ਵਿੱਚ ਕੋਈ ਬਦਲਾਅ ਲੈ ਕੇ ਆਉਂਦੇ ਨੇ, ਇਹ ਆਉਣ ਵਾਲਾ ਵਕਤ ਹੀ ਦੱਸੂਗਾ। ਨਾਲ ਦੀ ਨਾਲ ਚੰਗੀ ਖਬਰ ਇਹ ਵੀ ਆ ਕਿ ਰੀਸੈਂਟਲੀ 2 ਦਿਨ ਪਹਿਲਾਂ ਕੈਨੇਡੀਅਨ ਇਮੀਗ੍ਰੇਸ਼ਨ ਨੇ ਅਪਰੋਕਸੀਮੇਟਲੀ 27,000 ਤੋਂ ਜ਼ਿਆਦਾ ਲੋਕਾਂ ਨੂੰ ਜਿਨ੍ਹਾਂ ਕੋਲ 1 ਸਾਲ ਦਾ ਕੈਨੇਡੀਅਨ ਵਰਕ ਐਕਸਪੀਰੀਅੰਸ ਸੀਗਾ, ਕੈਨੇਡਾ ਦੇ ਵਿੱਚ ਕੰਮ ਕਰ ਰਹੇ ਸੀ। ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਨੇ ਜਿਹੜੇ ਵਰਕ ਪਰਮਿਟ 'ਤੇ ਕੰਮ ਕਰ ਰਹੇ ਸੀਗੇ, ਓਪਨ ਵਰਕ ਪਰਮਿਟ ਦੇ ਲੋਕ ਨੇ, ਹੋਰ ਲੋਕ ਜਿਹੜੇ ਅਲੱਗ-ਅਲੱਗ ਵਰਕ ਪਰਮਿਟ ਦੇ ਉੱਪਰ ਕੰਮ ਕਰ ਰਹੇ ਸੀਗੇ, ਉਹਨਾਂ ਨੂੰ ਉਹ 'ਚੋਂ 27,400 ਦੇ ਕਰੀਬ ਲੋਕਾਂ ਨੂੰ ਉਹਨਾਂ ਨੇ ਪੱਕੇ ਤੌਰ ਤੇ ਇੱਥੇ ਰਹਿਣ ਲਈ ਇਨਵੀਟੇਸ਼ਨ ਦਿੱਤਾ ਵਾ, ਜਿਹੜਾ ਅੱਜ ਤੱਕ ਦਾ ਸਭ ਤੋਂ ਵੱਡਾ ਡਰਾਅ ਕੱਢਿਆ ਉਹਨਾਂ ਨੇ। ਜਿੱਥੇ ਆਮ ਤੌਰ ਤੇ 450 ਦੇ ਕਰੀਬ ਪੁਆਇੰਟਸ ਰਹਿੰਦੇ ਸੀਗੇ ਉਸ ਕੈਟਾਗਰੀ ਦੇ ਵਿੱਚ, ਉਹਨਾਂ ਨੂੰ ਰਿਡਿਊਸ ਕਰਕੇ ਸਿਰਫ 75 ਪੁਆਇੰਟਸ ਤੇ ਲੈ ਕੇ ਆ ਗਏ ਨੇ ਉਹ। ਇਸ ਡਰਾਅ ਦੇ ਵਿੱਚ ਇਹੋ ਜਿਹੇ ਲੋਕ ਵੀ ਬਹੁਤ ਕੁਆਲੀਫਾਈ ਕਰਦੇ ਜਿਨ੍ਹਾਂ ਦੇ ਵੀ ਐਜੂਕੇਸ਼ਨ ਬੈਕਗ੍ਰਾਉਂਡ ਵੀ ਕਾਫੀ ਲੋ ਸੀਗਾ ਔਰ ਬਹੁਤ ਸਾਰੀਆਂ ਕੰਡੀਸ਼ਨਸ ਹੋਰ ਉਹ ਮੀਟ ਨਹੀਂ ਕਰਦੇ ਸੀ। ਬਸ ਇੱਕੋ ਹੀ ਕੰਡੀਸ਼ਨ ਜਿਹੜੀ ਉਹ ਮੀਟ ਕਰਦੇ ਸੀ ਉਹ ਸੀਗੀ ਕਿ ਉਹ 1 ਸਾਲ ਤੋਂ ਕੈਨੇਡਾ ਵਿੱਚ ਕੰਮ ਕਰ ਰਹੇ ਸੀਗੇ। ਈਵਨ ਇਹੋ ਜਿਹੀ ਕੈਟਾਗਰੀ ਦੇ ਲੋਕ ਵੀ ਇੱਥੇ ਕੁਆਲੀਫਾਈ ਕਰ ਗਏ ਜਿਨ੍ਹਾਂ ਦਾ ਜਿਹੜਾ ਕੰਮ ਸੀਗਾ ਉਹ ਇੱਕ ਪਾਰਟਿਕੂਲਰ ਲੈਵਲ ਤੇ ਨਹੀਂ ਆਉਂਦਾ ਸੀਗਾ, ਲੋਅਰ ਲੈਵਲ ਤੇ ਸੀਗਾ। ਤੇ ਜਿੱਥੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਾਫੀ ਨੁਕਸਾਨ ਹੋਇਆ ਵਾ, ਆਪਾਂ ਬੜੇ ਚਿੰਤਾ 'ਚ ਫਸੇ ਹੋਏ ਆ, ਬਹੁਤ ਦੋ ਚਿੱਤੀ ਵਾਲੀ ਸਿਚੁਏਸ਼ਨ ਆ, ਬਹੁਤ ਬੱਚੇ ਘਬਰਾਏ ਹੋਏ ਨੇ, ਬਹੁਤ ਦੇਰ ਤੋਂ ਵੇਟ ਕਰ ਰਹੇ ਆ, ਫਾਈਲ ਦੇ ਰਿਜ਼ਲਟ ਨਹੀਂ ਆ ਰਿਹਾ। ਦੂਜੇ ਪਾਸੇ ਬਹੁਤ ਲੋਕਾਂ ਨੂੰ ਫਾਇਦਾ ਵੀ ਹੋਇਆ। ਪਹਿਲਾਂ ਵੀ ਕੈਨੇਡਾ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਨੂੰ ਇਮੀਗ੍ਰੇਸ਼ਨ ਮਿਲੀ ਆ ਲਾਸਟ ਈਅਰ, ਇੱਦਾਂ ਹੀ ਹੁਣ 27,000 ਇਹੋ ਜਿਹੇ ਲੋਕਾਂ ਨੂੰ PR ਮਿਲੀ ਆ ਜਿਹੜੇ ਸ਼ਾਇਦ ਜਿਨ੍ਹਾਂ ਲਈ ਸੁਪਨਾ ਸੀਗਾ PR ਆਉਣ ਵਾਲੇ ਵਕਤ ਬਹੁਤ ਲੰਬੇ ਵਕਤ ਤੱਕ ਸ਼ਾਇਦ ਉਹ ਕੈਨੇਡਾ ਦੇ ਵਿੱਚ ਪੱਕੇ ਨਹੀਂ ਹੋ ਸਕਦੇ ਸੀਗੇ। ਤੇ ਜਿੱਥੇ ਨੁਕਸਾਨ ਹੋਇਆ ਬਹੁਤ ਸਾਰਾ ਕੋਵਿਡ ਦਾ, ਉੱਥੇ ਕੁਝ ਲੋਕਾਂ ਨੂੰ ਇਹਦਾ ਫਾਇਦਾ ਵੀ ਹੋਇਆ ਵਾ। ਉਹ 'ਚ ਆਪਣੇ ਵੀ ਬਹੁਤ ਸਾਰੇ ਲੋਕ ਇੱਦਾਂ ਦੇ ਹੈਗੇ ਨੇ, ਬਹੁਤ ਸਾਰੇ ਇਹੋ ਜਿਹੇ ਸਟੂਡੈਂਟਸ ਹੈਗੇ ਨੇ, ਇਹੋ ਜਿਹੇ ਵਰਕਰਸ ਹੈਗੇ ਨੇ ਜਿਨ੍ਹਾਂ ਨੂੰ ਪਰਮਾਨੈਂਟ ਹੋਣ ਦਾ ਮੌਕਾ ਮਿਲਿਆ ਵਾ ਕੈਨੇਡਾ ਦੇ ਵਿੱਚ। ਸੋ ਇੱਕ ਗੁੱਡ ਨਿਊਜ਼ ਸੀਗੀ। ਮਈ ਤੇ ਸਤੰਬਰ ਇਨਟੇਕ ਦੀ ਐਪਲੀਕੇਸ਼ਨਸ ਅਸੀਂ ਰੈਗੂਲਰ ਐਕਸੈਪਟ ਕਰ ਰਹੇ ਹਾਂ। ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਸਾਡੇ ਟੈਲੀਫੋਨ ਨੰਬਰ ਸਾਹਮਣੇ ਡਿਸਪਲੇ ਹੋ ਰਹੇ ਨੇ। ਸਾਡੀ ਵੈਬਸਾਈਟ amcanimmigration.com, ਉੱਥੇ ਮੈਸੇਜ ਬਾਕਸ ਸਾਨੂੰ ਮੈਸੇਜ ਵੀ ਪਾ ਸਕਦੇ ਹੋ। WhatsApp ਤੇ ਸਾਨੂੰ ਮੈਸੇਜ ਕਰ ਸਕਦੇ ਹੋ। Facebook ਪੇਜ ਤੇ ਸਾਡੇ ਮੈਸੇਜ ਕਰ ਸਕਦੇ ਹੋ ਤੇ ਸਾਡੇ ਨਾਲ ਕੰਟੈਕਟ ਕਰਕੇ ਜ਼ਰੂਰ ਤੁਸੀਂ ਆਪਣੀ ਐਪਲੀਕੇਸ਼ਨ ਦਾ ਪ੍ਰੋਸੈਸ ਕਰਾਉਣਾ ਚਾਹੁੰਦੇ ਹੋ, ਪ੍ਰੋਸੈਸ ਕਰਾ ਸਕਦੇ ਹੋ।
ਤੇ ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਸਾਰਿਆਂ ਨੂੰ ਕਿ ਜ਼ਰੂਰ ਸਾਡਾ ਇਹ YouTube ਦਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਵਕਤ ਵਿੱਚ ਵੀ ਜਿਹੜੀ ਰੈਗੂਲਰ ਇਨਫੋਰਮੇਸ਼ਨ ਆ ਰਿਗਾਰਡਿੰਗ ਕੈਨੇਡਾ ਦੀ ਵੈਰਾਈਟੀ ਆਫ ਇਮੀਗ੍ਰੇਸ਼ਨ ਇਨਕਲੂਡਿੰਗ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਅਸੀਂ ਰੈਗੂਲਰਲੀ ਤੁਹਾਨੂੰ ਅਪਡੇਟ ਇਹਦੇ ਤੇ ਦਿੰਦੇ ਰਹੀਏ। ਹੋਪ ਇਨਫੋਰਮੇਸ਼ਨ ਤੁਹਾਡੇ ਸਾਰਿਆਂ ਲਈ ਯੂਸਫੁਲ ਹੋਊਗੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।